सतगुरां दी साजी निवाजी गुरु रूप प्यारी गुरु सवारी साध संगत जी। आप जी सारियां संगतां अमृत वेले नूं मुख रखदिआं गुरु साहिब जी महाराज जियां दे दरबार विच आपो अपनियां हाजरियां भरन दे यतन करदे हां। परमेश्वर दे घर दियां हाजरियां भरनियां और नाल नाल परमेश्वर तो जिंदगी वास्ते कुछ अहम गल्लां जिहड़ियां ने वो सरवण करनियां सुननियां। जिसने कुछ सुनना होवे ज्ञान प्राप्त करना होवे उन्हां नूं दो गल्लां दा ध्यान रखना पैंदा है। एक तां गुरु दा अदब सत्कार ये मुख रखना पैंदा है ते दूसरा जिहड़ा है गुरु की संगत दी मर्यादा जिहड़ी है उहनूं मुख रखना पैंदा है। ये दो गल्लां दा ध्यान हर एक मनुख नूं रखना पैंदा है। जिहड़े इन्हां दोने गल्लां दा बड़ा ध्यान रखदे ने उन्हां नूं परमात्मा दे घर दे विचों बहुत कुछ प्राप्त हुंदा है। एडियां वड्डियां प्राप्तियां हो जांदियां ने। जिहने कुछ परमात्मा दे घर दे विचों प्राप्त नहीं कीता ਉਹਦੇ ਤੇ ਮਨੁੱਖ ਦੇ ਇੱਕ ਕੰਡਾ ਵੀ ਵੱਜ ਗਿਆ। ਕਈ ਦਿਨਾਂ ਤੱਕ ਕੰਡੇ ਦੀ ਚੋਭ ਨਹੀਂ ਜਾਣੀ, ਦਰਦ ਹੁੰਦਾ ਹੀ ਰਹੇਗਾ, ਮਨੁੱਖ ਤੜਫਦਾ ਹੀ ਰਹੇਗਾ। ਜਿਹਨੇ ਕੁਛ ਗੁਰੂ ਦੇ ਘਰ ਵਿੱਚੋਂ ਪ੍ਰਾਪਤ ਕਰ ਲਿਆ ਉਹਨਾਂ ਦੇ ਭਾਵੇਂ ਸੀਸ ਤੇ ਆਰਾ ਵੀ ਚੱਲ ਜਾਵੇ ਦਰਦ ਫੇਰ ਵੀ ਨਹੀਂ ਹੋਵੇਗਾ। ਇਹ ਕੁਛ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਦੁਨੀਆ ਤੋਂ ਪ੍ਰਾਪਤ ਹੋਇਆ ਇੱਕ ਕੰਡਾ ਵੱਜੇ ਦੀ ਚੋਭ ਛੇਤੀ ਜਾਵੇਗੀ ਨਹੀਂ। ਜਿੰਨੇ ਦੁੱਖ ਨੇ ਜਿੰਨੇ ਦਰਦ ਨੇ ਇਹ ਸਾਰੇ ਦੇ ਸਾਰੇ ਦੁਨੀਆਦਾਰੀ ਦੇ ਵਿੱਚੋਂ ਮਨੁੱਖ ਨੂੰ ਪ੍ਰਾਪਤ ਹੁੰਦੇ ਨੇ। ਇਹਨਾਂ ਦੁੱਖਾਂ ਦੀ ਇਹਨਾਂ ਦਰਦਾਂ ਦੀ ਨਿਵਰਤੀ ਹੈ ਗੁਰੂ ਦਾ ਘਰ। ਮਹਾਰਾਜ ਨੇ ਦੁਨੀਆਦਾਰੀ ਨੂੰ ਇਤਿਹਾਸ ਰਾਹੀਂ ਦਿਖਾਇਆ ਹੈ ਕਿ ਜੇ ਤੁਸੀਂ ਗੁਰੂ ਵੱਲ ਮੁਖੜਾ ਕਰਕੇ ਰੱਖੋਗੇ ਸੀਸ ਤੇ ਆਰਾ ਚੀਰਦਿਆਂ ਦੇ ਵੀ ਦਰਦ ਨਹੀਂ ਹੋਣਾ। ਮਤੀ ਦਾਸ ਨੂੰ ਪੁੱਛਿਆ ਗਿਆ ਸੀ ਤੇਰੀ ਕੋਈ ਖੁਆਇਸ਼ ਹੈ? ਮੇਰੀ ਇੱਕੋ ਹੀ ਖੁਆਇਸ਼ ਹੈ ਕਿ ਜਦੋਂ ਮੇਰਾ ਸੀਸ ਤੇ ਆਰਾ ਚੱਲਦਾ ਹੋਵੇ ਮੇਰਾ ਜਿਹੜਾ ਮੁਖੜਾ ਹੈ ਉਹ ਮੇਰੇ ਗੁਰੂ ਦੇ ਵੱਲ ਹੋਵੇ। ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕਿਉਂਕਿ ਜੇ ਗੁਰੂ ਦੇ ਵੱਲ ਮੁਖੜਾ ਨਹੀਂ ਕੀਤਾ ਤਾਂ ਕੰਡੇ ਦਾ ਦਰਦ ਵੀ ਤੈਥੋਂ ਝੱਲਿਆ ਨਹੀਂ ਜਾਣਾ, ਤੇ ਜੇ ਗੁਰੂ ਦੇ ਵੱਲ ਮੁਖੜਾ ਕਰ ਲਿਆ ਫਿਰ ਭਾਵੇਂ ਤੇਰੇ ਸੀਸ ਤੇ ਕੋਈ ਆਰਾ ਚਲਾ ਦੇਵੇ ਤੈਨੂੰ ਦਰਦ ਫਿਰ ਵੀ ਨਹੀਂ ਹੋਣਾ। ਇਹ ਤਾਂ ਹੈ ਗੁਰੂ ਦੇ ਘਰ ਦੇ ਵਿੱਚੋਂ ਪ੍ਰਾਪਤੀ ਮਨੁੱਖ ਦੀ। ਜਿਹੜੇ ਬੰਦੇ ਗੁਰੂ ਦੇ ਵੱਲ ਮੁਖੜਾ ਗੁਰੂ ਦਾ ਅਦਬ ਸਤਿਕਾਰ ਮੁੱਖ ਰੱਖਦੇ ਨੇ। ਦੂਸਰਾ ਹੈ ਗੁਰੂ ਦੀ ਸੰਗਤ ਦੀ ਮਰਿਆਦਾ।
ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ, ਬੱਚਿਆਂ ਦੇ ਕੋਲ ਕੀ ਹੁੰਦਾ ਹੈ, ਇੱਕ ਤਾਂ ਆਪਣੇ ਟੀਚਰ ਦਾ ਸਤਿਕਾਰ ਅਤੇ ਦੂਜਾ ਹੁੰਦਾ ਉਹਨਾਂ ਦੇ ਕੋਲ ਸਕੂਲ ਦੀ ਪਰੰਪਰਾ, ਜੋ ਵੀ ਉਹਨਾਂ ਨੂੰ ਸਕੂਲ ਦੇ ਵਿੱਚੋਂ ਮਿਲਦੀ ਹੈ। ਭਾਵ ਬੈਠਣ ਵਾਲੀ ਜਗ੍ਹਾ, ਖੇਲਣ ਵਾਲੀ ਜਗ੍ਹਾ, ਔਰ ਜਿਹੜੀ ਸਕੂਲ ਦੀ ਵਰਦੀ ਹੈ ਉਹ ਪਾ ਕੇ ਸਕੂਲ ਦੇ ਵਿੱਚ ਜਾਣਾ। ਜਿਹੜਾ ਬੱਚਾ ਸਕੂਲ ਦੀ ਵਰਦੀ ਪਾ ਕੇ ਪੂਰਨ ਮਰਿਆਦਾ ਦੇ ਨਾਲ ਸਕੂਲ ਦੇ ਵਿੱਚ ਜਾਂਦਾ ਹੈ ਅਤੇ ਆਪਣੇ ਟੀਚਰਾਂ ਦਾ ਅਦਬ ਕਰਦਾ ਹੈ, ਸਤਿਕਾਰ ਕਰਦਾ ਹੈ, ਉਹ ਬੱਚਾ ਹਮੇਸ਼ਾ ਹੀ ਕੁਝ ਨਾ ਕੁਝ ਡਿਗਰੀਆਂ ਪ੍ਰਾਪਤ ਕਰ ਲੈਂਦਾ ਹੈ। ਜੇ ਬੱਚਾ ਵਰਦੀ ਪਾਵੇ ਨਾ, ਸਕੂਲ ਦੀ ਮਰਿਆਦਾ ਨੂੰ ਮੁੱਖ ਰੱਖੇ ਹੀ ਨਾ, ਸਕੂਲ ਦਾ ਟਾਈਮ ਹੋਰ ਹੋਵੇ, 2-4 ਘੰਟੇ ਲੇਟ ਜਾਵੇ, ਸਕੂਲ ਦੀ ਮਰਿਆਦਾ ਨਾ ਰੱਖੇ, ਟੀਚਰਾਂ ਦਾ ਸਤਿਕਾਰ ਨਾ ਕਰੇ, ਐਸੇ ਬੱਚੇ ਨੂੰ ਸਕੂਲ ਦੇ ਵਿੱਚੋਂ ਹਟਾ ਦਿੱਤਾ ਜਾਂਦਾ ਹੈ ਕਿ ਪੜ੍ਹਨ ਦੇ ਯੋਗ ਨਹੀਂ ਹੈ। ਗੁਰੂ ਦੇ ਘਰ ਦੇ ਵਿੱਚ ਆ ਕੇ ਦੋ ਹੀ ਗੱਲਾਂ ਮੁੱਖ ਨੇ, ਗੁਰੂ ਦਾ ਅਦਬ ਸਤਿਕਾਰ ਅਤੇ ਗੁਰੂ ਦੀ ਸੰਗਤ ਦੀ ਮਰਿਆਦਾ। ਅਦਬ ਸਤਿਕਾਰ ਦੇ ਵਿੱਚੋਂ ਗੁਰੂ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚੋਂ ਤੈਨੂੰ ਮਿਲਣਾ ਹੈ ਕਿ ਜੋ ਕੁਛ ਅੱਜ ਤੱਕ ਤੈਨੂੰ ਕਿਸੇ ਕੋਲੋਂ ਵੀ ਨਹੀਂ ਮਿਲਿਆ, ਉਹ ਕੇਵਲ ਗੁਰੂ ਕੋਲੋਂ ਮਿਲਣਾ ਹੈ। ਕੇਵਲ ਗੁਰੂ ਦੇ ਕੋਲੋਂ। ਪਰ ਗੁਰੂ ਦੇ ਅਦਬ ਸਤਿਕਾਰ ਹੋਵੇ ਅਤੇ ਗੁਰੂ ਦਾ ਅਦਬ ਸਤਿਕਾਰ ਕਿਵੇਂ ਹੋਵੇਗਾ? ਇਹ ਗੁਰੂ ਦਾ ਅਦਬ ਸਤਿਕਾਰ ਭਾਈ ਯੋਧ ਗੁਰੂ ਦਾ ਸਿੱਖ ਹੈ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ। ਭਾਈ ਯੋਧ ਨੇ ਆਪਣੀ ਹੱਟੀ ਪਾਈ ਹੈ ਅਤੇ ਹੱਟ ਪਾ ਕੇ ਗੁਜ਼ਾਰਾ ਕਰਦਾ। ਗੁਜ਼ਾਰਾ ਕਰਨ ਲੱਗਿਆਂ ਜਿਵੇਂ ਜਿਵੇਂ ਹੱਟ ਦੇ ਵਿੱਚ ਆਉਂਦਾ, ਅਦਬ ਸਤਿਕਾਰ ਗੁਰੂ ਦਾ ਮੁੱਖ ਰੱਖਦਾ। ਸਾਰਾ ਦਿਨ ਬੈਠਾ ਹੱਟੀ ਦੇ ਵਿੱਚ ਬਹਿ ਕੇ ਨਾਮ ਜਪਦਾ। ਇੱਕ ਦਿਨ ਕੀ ਹੋਇਆ, ਭਾਈ ਲਹਿਣਾ ਜੀ ਲੰਮੇ ਸਮੇਂ ਤੋਂ ਲੈ ਕੇ ਦੇਵੀ ਦੇ ਉਪਾਸਕ ਸੀ। ਬਹੁਤ ਯਾਤਰਾ 'ਤੇ ਜਾਂਦੇ, ਦੇਵੀਆਂ ਦੀ ਉਪਾਸਕਨਾ ਲੰਮੇ ਸਮੇਂ ਤੋਂ ਲੈ ਕੇ ਮਰਿਆਦਾ ਰੱਖਦੇ ਆਪਣੀ। ਭਾਈ ਯੋਧ ਜੀ ਗੁਰਬਾਣੀ ਨੂੰ ਪੜ੍ਹਦੇ ਰਹਿੰਦੇ। ਇੱਕ ਦਿਨ ਭਾਈ ਲਹਿਣਾ ਜੀ ਦੀ ਆਪਣੇ ਘਰ 'ਚੋਂ ਦੇਵੀ ਦੇ ਵੱਲ ਜਾਣਾ ਅਤੇ ਵਿਚਕਾਰ ਭਾਈ ਯੋਧ ਦੀ ਹੱਟ ਆਉਂਦੀ ਸੀ। ਉਹ ਹੱਟੀ ਤੋਂ ਬਾਹਰ ਝਾੜੂ ਲਾ ਰਹੇ ਸੀ ਭਾਈ ਯੋਧ। ਹੱਟੀ ਤੋਂ ਬਾਹਰ ਝਾੜੂ ਲਾਉਂਦਿਆਂ ਲਾਉਂਦਿਆਂ ਉੱਚੀ ਉੱਚੀ ਬਾਣੀ ਪੜ੍ਹ ਰਹੇ ਸੀ, ਕਿਉਂਕਿ ਕਿਸੇ ਵੀ ਹੱਟ ਦੀ, ਦੁਕਾਨ ਦੀ, ਜਦੋਂ ਕੋਈ ਦੁਕਾਨਦਾਰ ਆਪਣੀ ਦੁਕਾਨ 'ਤੇ ਜਾਂਦਾ ਅਤੇ ਉਹਦਾ ਪਹਿਲਾ ਕਰਮ ਹੁੰਦਾ ਹੈ ਦੁਕਾਨ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕਰਨੀ। ਉਸ ਨੂੰ ਮੱਥਾ ਟੇਕਣਾ, ਸ਼ਾਮ ਨੂੰ ਜਦ ਗੇਟ ਲਾਉਣਾ ਹੈ, ਗੇਟ ਲਾ ਕੇ ਫਿਰ ਉਹਨੂੰ ਮੱਥਾ ਟੇਕਣਾ। ਇਹ ਦੁਕਾਨਦਾਰਾਂ ਦੀ ਮਰਿਆਦਾ ਦੇ ਵਿੱਚ ਹੈ। ਗੁਰੂ ਦੀ ਸਿੱਖ ਦੀ ਮਰਿਆਦਾ ਦੇ ਵਿੱਚ ਹੈ ਕਿ ਜਦ ਵੀ ਇਹ ਦੋ ਡੰਗ ਦਾ ਭੋਜਨ ਛਕਦਾ ਅਤੇ ਪਹਿਲਾਂ ਗੁਰੂ ਦੇ ਨਾਮ ਦੀ ਅਰਾਧਨਾ ਕਰਦਾ, ਸੱਚੇ ਪਾਤਸ਼ਾਹ
ਜਿਸ ਤਰ੍ਹਾਂ ਮੈਨੂੰ ਭੋਜਨ ਦਿੱਤਾ ਹੈ ਤੇ ਸਭਨਾਂ ਨੂੰ ਭੋਜਨ ਦੇਵੀਂ। ਇਹ ਅਰਦਾਸ ਹੈ ਸਿੱਖ ਦੀ ਦੋਨੇ ਟਾਈਮ ਦੀ। ਅੰਮ੍ਰਿਤ ਵੇਲੇ ਉੱਠਦਾ ਹੈ ਫਿਰ ਨਾਮ ਜਪਦਾ ਹੈ, ਸੰਧਿਆ ਦੇ ਟਾਈਮ ਵੇਲੇ ਫਿਰ ਨਾਮ ਜਪਦਾ ਹੈ। ਇਹ ਮਰਿਆਦਾ ਇਸ ਦੀ। ਤੋ ਦੁਕਾਨਦਾਰਾਂ ਦੀ ਮਰਿਆਦਾ ਹੁੰਦੀ ਹੈ ਕਿ ਜਦ ਵੀ ਸ਼ਾਮ ਨੂੰ ਦੁਕਾਨ ਵਧਾਉਂਦੇ ਨੇ ਜਾਂ ਸੁਬਾਹ ਜਾ ਕੇ ਖੋਲ੍ਹਦੇ ਨੇ, ਪਹਿਲਾਂ ਮੱਥਾ ਟੇਕਦੇ ਨੇ ਅਤੇ ਉਹਦੇ ਵਿੱਚ ਸਾਫ ਸਫਾਈ ਕਰਦੇ ਨੇ। ਤਕਰੀਬਨ ਘਰਾਂ ਦੀ ਕਹਿ ਲਓ, ਖੇਤਾਂ ਦੀ ਕਹਿ ਲਓ, ਸਭ ਮਰਿਆਦਾ ਇਹੋ ਹੀ ਹੈ। ਇਹ ਭਾਈ ਜੋਧ ਹੱਟ ਤੋਂ ਬਾਹਰ ਸੀ ਜਿਹੜਾ ਝਾੜੂ ਲਗਾ ਰਿਹਾ ਸੀ, ਅਤੇ ਭਾਈ ਲਹਿਣਾ ਜੀ ਇਹਨਾਂ ਦੇ ਕੋਲ ਦੀ ਲੰਘਦੇ ਸੀ। ਜਿਉਂ ਲੰਘਣ ਲੱਗੇ ਨਾ ਭਾਈ ਲਹਿਣਾ ਜੀ, ਤੇ ਭਾਈ ਜੋਧ ਗੁਰਬਾਣੀ ਪੜ੍ਹ ਰਿਹਾ ਸੀ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਗੁਰੂ ਨਾਨਕ ਦੀ ਪਵਿੱਤਰ ਗੁਰਬਾਣੀ। ਤੇ ਲੰਘਦੇ ਲੰਘਦੇ ਭਾਈ ਲਹਿਣੇ ਨੇ ਭਾਈ ਜੋਧ ਤੋਂ ਇਹ ਸਤਿਗੁਰਾਂ ਦੀ ਪੰਗਤੀ ਸੁਣ ਲਈ। ਜਿਉਂ ਸੁਣੀ, ਜਾਂਦੇ ਤਾਂ ਹੁਣ ਦੇਵੀ ਕੋਲ ਸੀ, ਉਪਾਸ਼ਕ ਸਨ ਦੇਵੀ ਦੇ, ਤੇ ਭਾਈ ਲਹਿਣਾ ਜੀ ਰੁਕ ਗਏ। ਭਾਈ ਜੋਧ ਨੂੰ ਪੁੱਛਣ ਲੱਗੇ, ਕਹਿੰਦੇ ਜਿਹੜਾ ਤੁਸੀਂ ਇਹ ਕਲਾਮ ਪੜ੍ਹੀ ਜਾਂਦੇ ਹੋ, ਇਹ ਕਲਾਮ ਕਿਸ ਦਾ ਹੈ? ਕਹਿੰਦੇ ਜੀ ਇਹ ਤੇ ਭਾਈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਕਲਾਮ ਹੈ। ਇੱਕੋ ਪੰਗਤੀ ਸੁਣੀ ਸੀ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉਪਰ ਘਾਲੀਐ। 21ਵੀਂ ਪੌੜੀ ਐਸਾ ਦੀ ਵਾਰ ਦੀ। ਕਹਿੰਦੇ ਮੰਦਾ ਅਮਲ ਕਰਿੰਦੇ ਆ, ਲੰਮੀ ਨਜ਼ਰ ਮਾਰ ਕੇ ਦੇਖੀ ਜਦੋਂ ਮੰਦਾ ਕਰਮ ਅੱਜ ਕਰਦਾ ਕਿ ਇਸ ਦਾ ਨਤੀਜਾ ਕੀ ਹੋਵੇਗਾ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ। ਭਾਈ ਜੋਧ ਨੂੰ ਜਦੋਂ ਪੁੱਛਿਆ ਤੇ ਉਹ ਕਹਿੰਦੇ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਕਲਾਮ ਹੈ। ਕਹਿੰਦੇ ਉਹ ਰਹਿੰਦੇ ਕਿੱਥੇ ਨੇ? ਲਾਹੌਰ ਸ਼ਹਿਰ ਚਲੇ ਗਏ। ਬਸ ਇੱਕੋ ਹੀ ਪੰਗਤੀ ਭਾਈ ਲਹਿਣਾ ਜੀ ਨੇ ਸੁਣੀ ਸੀ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਦੇ ਦਰਸ਼ਨ ਦੀਦਾਰਿਆਂ ਨੂੰ ਚਲੇ ਗਏ। ਅੱਗਿਓਂ ਜਾ ਕੇ ਪੁੱਛਦੇ ਗਏ ਨੇ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਜਾਣੀ ਜਾਣ ਸਾਹਮਣੇ ਆ ਗਏ। ਮਹਾਰਾਜ ਨੂੰ ਖੁਦ ਨੂੰ ਹੀ ਪੁੱਛ ਰਹੇ ਨੇ। ਕਹਿੰਦੇ ਜੀ ਅਸੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਮਿਲਣਾ ਹੈ। ਕਹਿੰਦੇ ਅਸੀਂ ਮਿਲਾ ਦਿੰਦੇ ਹਾਂ ਤੁਹਾਨੂੰ। ਘੋੜੇ ਦੀਆਂ ਲਗਾਮਾਂ ਫੜ ਲਈਆਂ ਗੁਰੂ ਨਾਨਕ ਮਹਾਰਾਜ ਨੇ ਆਪ, ਚਲੇ ਗਏ। ਅਗਾਹਾਂ ਜਾ ਕੇ ਕਹਿੰਦੇ ਜੀ ਕਿੰਨੀ ਕੁ ਦੂਰ ਹੈ ਹਜੇ ਗੁਰੂ ਨਾਨਕ ਦਾ ਘਰ? ਕਹਿੰਦੇ ਬਸ ਇੱਥੋਂ ਥੋੜ੍ਹਾ ਨਜ਼ਦੀਕ ਹੀ ਹੈ, ਬਹੁਤੀ ਦੂਰ ਨਹੀਂ। ਭਾਈ ਲਹਿਣਾ ਜੀ ਘੋੜੇ 'ਤੇ ਸਵਾਰ ਨੇ। ਗੁਰੂ ਨਾਨਕ ਨੇ ਘੋੜੇ ਦੀਆਂ ਲਗਾਮਾਂ ਪਕੜੀਆਂ ਹੋਈਆਂ। ਇੱਕੋ ਜਗ੍ਹਾ 'ਤੇ ਖੜਾ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਥੋੜ੍ਹਾ ਟਾਈਮ ਇੱਥੇ ਰੁਕ ਜਾਓ, ਅਸੀਂ ਪੁੱਛ ਕੇ ਆਉਂਦੇ ਹਾਂ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਨੂੰ ਕਦ ਮਿਲਣਗੇ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਲਹਿਣਾ ਜੀ ਘੋੜੇ 'ਤੇ ਉੱਥੇ ਹੀ ਖੜ੍ਹੇ ਰਹੇ। ਕੁਝ ਸਮਾਂ ਉਡੀਕਿਆ ਤੇ ਅਗਾਹਾਂ ਚਲੇ ਗਏ। ਅਗਾਹਾਂ ਜਾ ਕੇ ਜਦੋਂ ਭਾਈ ਲਹਿਣਾ ਜੀ ਦੇਖਦੇ ਨੇ ਕਿ ਇਹ ਤਾਂ ਉਹੀ ਗੁਰਤਾ ਗੱਦੀ ਦੇ ਮਾਲਕ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਮਣੇ ਬੈਠੇ ਨੇ, ਜਿਨ੍ਹਾਂ ਨੇ ਮੇਰੇ ਘੋੜੇ ਦੀਆਂ ਲਗਾਮਾਂ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਂਦਾ ਹੈ। ਭਾਈ ਲਹਿਣਾ ਜੀ ਚਰਨਾਂ 'ਤੇ ਡਿੱਗ ਪਏ। ਮਹਾਰਾਜ
ਮੈਨੂੰ तो इस गल का ही नहीं पता सी कि तुसीं गुरु नानक देव साहिब जी महाराज जी हो। तुसीं तां तुर के आए तो मैं घोड़े ते चढ़ के आया, वो भी तुहाथों उच्चा हो के। कहंदे मैनू नहीं पता सी कि तुसीं ही गुरु नानक देव साहिब जी महाराज हो। चरनां ते ढह पे महाराज दे। मनुखता दी सोच है अपनी, ये कहंदे असीं रब बारे बहुत कुछ जानते हैं। गुरु नानक देव साहिब महाराज कहते हैं अकाल पुरख की गुरबाणी कि जेड़ा भी मनुख तुहानूं ये गल कहे कि मैं रब बारे कुछ जानदा है, तुसीं समझ लियो कि दुनिया दे विचों सब तो अनजान यही मनुख है। अनजान मनुख की निशानी हुंदी है। अनजान किनू कहंदे ने? अनजमा जान, कुछ भी नहीं जानदा जिहड़ा, उहनूं अनजान कहंदे ने। जिहड़ा कुछ माड़ा मोटा जानदा होवे उहनूं कहंदे इहनूं माड़ी मोटी सोझी हैगी है इस काम दी। ते जिहड़ा जमा ही कुछ ना जानदा होवे उहनूं कह दिंदे इह ते इस काम तो अनजान है, इह काम नूं नहीं कर सकदा। अनजान भाव जिन्हों कोई भी सोझी नहीं है, जिन्हों कोई सोझी नहीं है। गुरबाणी सतगुरां दी आखदी है, कहंदे सोई अजान कह मैं जाना। जिहड़ा तुहानूं कहे कि असीं रब बारे कुछ जानते हैं, असीं रब बारे बड़ा कुछ जानते हैं, तो समझ लेना कि दुनिया का सब तो अनजान मनुख यही है जिहड़ा रब बारे कुछ भी नहीं जानता। ये फैसला सतगुरां दा है। दुनिया कहती असीं जानते हैं रब बारे बहुत कुछ, पर जिहड़ा तुहानूं कहे, गुरबाणी उसे नूं कहती है कहण वाला झूठा है, ये बिल्कुल तुहानूं झूठ मार रहा, रब बारे कुछ भी नहीं जानता। सोई अजान कह मैं जाना, जानन हार ना शाना रे, कह नानक गुर अमियों पियाया, रसक रसक बिगसाना रे। ये कुछ गुरबाणी दीयां पंगतियां ना दुनियादारी तो निर्लेपता दे विच रखदियां ने बंदे नूं, कि तुहानूं रब दे घर दीयां गल्लां सुनाउण वाला कहंदा मैं रब बारे बहुत कुछ जानना है, सतगुरु महाराज जी कहंदे कुछ भी नहीं जानदा। मत भुलेखे दे विच रहियो। ये भी नाल है, कोई बाणी पढ़दा होवे गुरमुख, कोई कथा करदा होवे गुरमुख जन, कीर्तन करदा होवे गुरमुख जन, उहदा सत्कार करो पूर्ण रूप दे विच। पर जिहड़ा अपना अंदरला ध्यान है ये केवल गुरु ग्रंथ साहिब जी महाराज ते मनुख नूं रखना चाहिए, केवल गुरु ग्रंथ साहिब जी महाराज ते। दुनिया की करती है, गुरु ग्रंथ साहिब जी महाराज तो ध्यान हटा के ते कथा कीर्तन वालियां ते बाला ज्ञान लग जाता इन्हां दा। फिर उन्होंने कोई चंगा कही जाता है, कोई मंदा कही जाता है, कोई कहंदा आनंद आया, कोई कहंदा नहीं आया, कोई कहंदे समझ आई, कोई कहंदे नहीं आई। इन्हां गल्लां 'च उलझ उलझ के शमशान घाट तक बंदा पहुँच जाता है। सत्कार करो सब दा जो तुहानूं रब दीयां गल्लां सुनावे, कथा कीर्तन राही सुनावे, बाणी पढ़ के सुनावे। सत्कार करो जिन्ना हो सकदा है पूर्ण रूप दे विच। पर जिहड़ा मनुख दा असलीयत ध्यान है वो केवल गुरु ग्रंथ साहिब जी महाराज जियां तक होवे, इस तो अलग नहीं। जिहड़ा असलीयत सत्कार है वो गुरु ग्रंथ साहिब जी महाराज की बाणी का होवे। मनुखता इस दे उल्ट चलती है। गुरु ग्रंथ साहिब की बाणी नूं कोई याद रखे चाहे ना रखे, बाणी पढ़न वाले नूं, कथा कीर्तन करन वाले नूं बड़ा दुनिया याद रखती है। भावें 20 साल पहला कोई पुछ ले भी 20 साल किहड़ा कथा करदा हुंदा सी, कीर्तन करदा हुंदा सी, दस देणगे। पर जे
ਅੰਮ੍ਰਿਤ ਵੇਲੇ ਦਾ ਆਇਆ ਗੁਰੂ ਦਾ ਹੁਕਮ ਸੰਧਿਆ ਦੇ ਟਾਈਮ 'ਤੇ ਪੁੱਛਿਆ ਜਾਵੇ ਕੋਈ ਨਹੀਂ ਦੱਸ ਸਕਦਾ। ਤਾਂ ਇਹ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਸਤਿਕਾਰ ਨਹੀਂ ਹੈ ਵੀ ਅਸੀਂ ਗੁਰੂ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਕਿਸੇ ਹੋਰ ਨੂੰ ਚੇਤੇ ਵਿੱਚ ਰੱਖਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਦਾ ਇਹ ਅਦਬ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਮਰਿਆਦਾ ਗੁਰੂ ਦੀ ਸੰਗਤ ਦੀ, ਇਹ ਦੋ ਗੱਲਾਂ ਮਨੁੱਖ ਦੇ ਧਿਆਨ ਦੇ ਵਿੱਚ ਹਰ ਇੱਕ ਮਨੁੱਖ ਨੂੰ ਰੱਖਣੀਆਂ ਅਤੀ ਜ਼ਰੂਰੀ ਨੇ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਲਹਿਣਾ ਜੀ ਕਹਿੰਦੇ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜਿਆਂ 'ਤੇ ਚੜ੍ਹ ਕੇ ਆਉਂਦੇ ਹੁੰਦੇ ਨੇ, ਜਿਨ੍ਹਾਂ ਨੇ ਦੇਣਾ ਹੁੰਦਾ ਉਹ ਤੁਰ ਕੇ ਕੋਲੇ ਬੈਠੇ ਹੁੰਦੇ ਨੇ। ਹੁਣ ਲੈਣ ਵਾਲੇ ਆ ਗਏ ਤੇ ਅਸੀਂ ਦੇਣ ਵਾਲਿਆਂ ਨੇ ਇਹਨਾਂ ਨੂੰ ਦੇ ਦੇਣਾ। ਇੱਕੋ ਪੰਗਤੀ ਭਾਈ ਜੋਧ ਤੋਂ ਹੱਟ ਤੇ ਝਾੜੂ ਲਾਉਂਦੇ ਤੋਂ ਸੁਣੀ ਸੀ ਭਾਈ ਲਹਿਣਾ ਜੀ ਨੇ, ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਅਨੰਨ ਸੇਵਕ ਸੀ ਜਿਹੜੇ ਉਹ ਬਣ ਗਏ। ਅਕਾਲ ਪੁਰਖ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜਿਉਂ ਹੁਕਮ ਕੀਤਾ ਕਿ ਤੁਸੀਂ ਖਡੂਰ ਸਾਹਿਬ ਚਲੇ ਜਾਓ, ਮਹਾਰਾਜ ਦਾ ਹੁਕਮ ਮੰਨ ਕੇ ਖਡੂਰ ਸਾਹਿਬ ਆਏ। ਆਉਂਦਿਆਂ ਨੂੰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਦੀ ਧਰਮ ਸਪਤਨੀ ਸੀ ਮਾਤਾ ਖੀਵੀ। ਗੁਰਬਾਣੀ ਦੇ ਵਿੱਚ ਆਪ ਜੀ ਸਰਵਣ ਕਰਦੇ ਹੋ ਨਾ, ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਇਹ ਸ਼ੁੱਧ ਕਰਕੇ ਸਤਿਗੁਰੂ ਮਹਾਰਾਜ ਜੀਆਂ ਨੇ ਲਿਖਿਆ ਹੋਇਆ, ਅਕਾਲ ਪੁਰਖ ਨੇ, ਕਿ ਆਏ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਏ ਭਾਈ ਲਹਿਣਾ ਜੀ ਵਾਪਸ, ਤੇ ਮਾਤਾ ਖੀਵੀ ਜੀ ਉਹਨਾਂ ਦਾ ਸਤਿਕਾਰ ਕਰਦੇ ਨੇ ਕਿ ਹੁਣ ਤੁਸੀਂ ਪਤੀ ਗੁਰਦੇਵ ਬਣ ਗਏ ਹੋ। ਪਤੀ ਗੁਰਦੇਵ ਬਣ ਗਏ ਹੋ। ਤੇ ਪਹਿਲੇ ਹੀ ਸਤਿਕਾਰ ਸੀ ਜਿਹੜਾ ਭਾਈ ਲਹਿਣਾ ਜੀਆਂ ਦਾ ਮਾਤਾ ਖੀਵੀ ਜੀ ਬੜਾ ਕਰਦੇ ਸਨ। ਤੇ ਜਿਉਂ ਗੁਰਤਾ ਗੱਦੀ ਤੇ ਸੁਭਾਈਮਾਨ ਹੋ ਗਏ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਣ ਗਏ, ਫਿਰ ਤੇ ਉਸ ਤੋਂ ਵੀ ਸਤਿਕਾਰ ਹੋਰ ਸੀ ਜਿਹੜਾ ਵੱਧ ਗਿਆ ਸੀ। ਹੁਣ ਤੁਸੀਂ ਗੁਰਦੇਵ ਬਣ ਗਏ ਹੋ, ਪਹਿਲੇ ਪਤੀ ਸੀ। ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਲ ਕੇ ਆਲੀ। ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਮਾਤਾ ਖੀਵੀ ਨੂੰ ਇਹ ਬਚਨ ਕੀਤਾ ਸੀ ਕਿ ਜਿੰਨੀ ਵੀ ਤੁਸੀਂ ਸੇਵਾ ਕਰਨੀ ਹੈ ਉਹ ਗੁਰੂ ਦੀ ਸੰਗਤ ਦੀ ਸੇਵਾ ਕਰਨੀ ਹੈ। ਜਿੰਨੀ ਵੀ ਤੁਸੀਂ ਸੇਵਾ ਕਰਨੀ ਹੈ ਉਹ ਗੁਰੂ ਦੀ ਸੰਗਤ ਦੀ ਸੇਵਾ ਕਰਨੀ ਹੈ। ਸਤਿਕਾਰ ਕਰਨਾ ਤੁਸੀਂ ਗੁਰੂ ਨਾਨਕ ਦੀ ਗੱਦੀ ਦਾ। ਤੇ ਮਾਤਾ ਖੀਵੀ ਫਿਰ 24 ਘੰਟੇ ਲਗਾਤਾਰ ਲੰਗਰ ਦੇ ਵਿੱਚ ਰਹਿੰਦੀ ਹੁੰਦੀ ਸੀ। 24 ਘੰਟੇ ਜਿਹੜਾ ਆਰਾਮ ਕਰਨਾ ਸੀ ਨਾ, ਉਹ ਲੰਗਰ ਦੇ ਤੱਪੜ ਤੇ ਚੰਨ ਘੰਟਿਆਂ ਵਾਸਤੇ ਪੈ ਕੇ, ਉਹ ਤੱਪੜ ਤੇ ਹੀ ਪੈ ਕੇ ਮਾਤਾ ਖੀਵੀ ਸੀ ਜਿਹੜਾ ਆਰਾਮ ਕਰ ਲੈਂਦੀ ਸੀ। ਲੰਗਰ ਦੇ ਵਿੱਚੋਂ ਬਾਹਰ ਨਹੀਂ ਜਾਂਦੀ ਸੀ ਮਾਤਾ ਖੀਵੀ। ਹੁਣ ਤਾਂ ਸਮਾਂ ਬਦਲ ਗਿਆ। ਆ ਪਿੱਛੇ ਜਿਹੇ ਵੀ ਇੱਕ ਮਾਤਾ ਖੀਵੀ ਉੱਠੀ ਸੀ, ਕਹਿੰਦੇ ਇਹ ਮਾਤਾ ਖੀਵੀ ਵਾਂਗੂ ਲੰਗਰ ਲਾਉਂਦੀ ਹੈ। ਲੈ ਜੇ ਮਾਤਾ ਖੀਵੀ ਬਣੀ ਫਿਰਦੀ ਹੈ ਤੇ ਮਾਤਾ ਖੀਵੀ ਵਾਂਗੂ ਫਿਰ ਲੰਗਰ ਦੇ ਤੱਪੜ ਤੇ ਪੈ ਕੇ ਦਿਖਾਣ। ਉਹ ਤਾਂ ਉਹੀ ਰੂਹਾਂ ਸੀ, ਉਹ ਤਾਂ ਉਹੀ ਰੂਹਾਂ ਸੀ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ ਸੀ, ਜਿਨ੍ਹਾਂ ਦਾ ਹਰ ਕੋਈ ਸਤਿਕਾਰ ਕਰਦਾ ਸੀ। ਕੋਈ ਤੱਪੜ ਤੇ ਪੈ ਕੇ ਦਿਖਾਵੇ। 24 ਘੰਟੇ ਲਗਾਤਾਰ ਲੰਗਰ ਦੇ ਵਿੱਚ ਰਹਿਣਾ। ਕਿਉਂ? ਕਿਉਂਕਿ ਆਪਣੇ ਪਤੀ ਗੁਰਦੇਵ ਦਾ ਹੁਕਮ ਮੰਨਿਆ ਸੀ ਮਾਤਾ ਖੀਵੀ ਨੇ। ਪਤੀ ਗੁਰਦੇਵ ਦਾ ਹੁਕਮ, ਤੇ ਪਤੀ ਦਾ ਹੁਕਮ ਕੌਣ ਮੰਨਦਾ? ਜਿਹਨੇ ਪਤੀ ਨੂੰ ਪਰਮੇਸ਼ਰ ਦੇ ਸਮਾਨ ਸਮਝ ਲਿਆ।
ਸਮਾਂ ਹੀ ਬਦਲ ਗਿਆ, ਦੁਨੀਆਦਾਰੀ ਦਾ ਸਾਰਾ ਦੌਰ ਬਦਲ ਗਿਆ। ਪਤੀਆਂ ਦਾ ਕਿੰਨਾ ਕੁ ਸਤਿਕਾਰ ਰਹਿ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ। ਕਿੰਨਾ ਕੁ ਸਤਿਕਾਰ ਰਹਿ ਗਿਆ, ਹੁੰਦਾ ਹੀ ਨਹੀਂ। ਜੇ ਕੋਈ ਮਾੜਾ ਮੋਟਾ ਹੈ ਤੇ ਉਹ ਵੀ ਕੋਈ ਪੁਰਾਤਨ ਜਿਹੜਾ ਕੋਈ ਲੰਮੇ ਸਮੇਂ ਤੋਂ ਲੈ ਕੇ ਇਕੱਠੇ ਚੱਲੇ ਆ ਰਹੇ ਨੇ ਉਹਨਾਂ ਦਾ ਹੀ ਹੈ, ਵਰਨਾ ਜੋ ਕਿ ਸਮੇਂ ਦੇ ਵਿੱਚ ਨਹੀਂ ਰਿਹਾ। ਕੋਈ ਜਵਾਨਾ ਹੁੰਦਾ ਸੀ, ਪਤਨੀ ਸਾਰੀ ਜ਼ਿੰਦਗੀ ਆਪਣੀ ਪਤੀ ਦੇ ਸਾਹਮਣੇ ਕਦੇ ਉੱਚਾ ਨਹੀਂ ਬੋਲਦੀ ਹੁੰਦੀ ਸੀ ਕਿ ਮੇਰਾ ਪਤੀ ਮੇਰੇ ਪਰਮੇਸ਼ਰ ਦੇ ਸਮਾਨ ਹੈ, ਤੇ ਜੋ ਪਤੀ ਲਿਆ ਕੇ ਦੇ ਦਿੰਦਾ ਕਮਾਈ ਕਰਕੇ ਉਹਨੂੰ ਬੜੇ ਅਦਬ ਤੇ ਸਤਿਕਾਰ ਦੇ ਨਾਲ ਪ੍ਰਵਾਨ ਕਰ ਲੈਂਦੀ ਸੀ ਪਤਨੀ, ਬੜੇ ਅਦਬ ਸਤਿਕਾਰ ਦੇ ਨਾਲ। ਤੁਹਾਨੂੰ ਪਤਾ ਹੀ ਹੈ ਉਹਨਾਂ ਸਮਿਆਂ ਦੇ ਵਿੱਚ ਕਿਹੜੇ ਪਦਾਰਥ ਹੁੰਦੇ ਸੀਗੇ। ਹੁਣ ਤਾਂ ਦੌਰ ਇੰਨਾ ਬਦਲ ਗਿਆ, ਪਤੀ ਨੂੰ ਕਹਿ ਦਿੰਦੇ ਤੂੰ ਤਾਂ ਘਰੇ ਬੈਠ ਤੇ ਕਮਾਈ ਅਸੀਂ ਕਰਕੇ ਲੈ ਕੇ ਆਉਂਦੇ ਹਾਂ। ਦੌਰ ਬਦਲ ਗਿਆ ਸਾਰਾ। ਤੂੰ ਘਰੇ ਬੈਠ, ਕਿਰਤ ਕਮਾਈਆਂ ਅਸੀਂ ਕਰਕੇ ਲੈ ਕੇ ਆਉਂਦੇ। ਚਲੋ ਤੁਸੀਂ ਕਰਕੇ ਦੇਖ ਲਓ। ਸਮੇਂ ਸਮੇਂ ਦੇ ਨਾਲ ਇਹ ਜਿਹੜਾ ਸੀ ਪਤੀਆਂ ਦਾ ਸਤਿਕਾਰ ਸੀ ਜਿਹੜਾ ਉਹ ਬਿਲਕੁਲ ਜਿਹੜਾ ਹੈ ਉਹ ਘਟ ਗਿਆ। ਕਿਉਂ ਘਟ ਗਿਆ? ਤੁਸੀਂ ਕਿਤੇ ਐਵੇਂ ਨਾ ਉਲਝ ਕੇ ਬਹਿ ਜਿਓ। ਹੁਣ ਕਿਸੇ ਹੋਰ ਦੇ ਬਚਨ ਹੋਣ ਤਾਂ ਸ਼ਾਇਦ ਟਲ ਜਾਣ, ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਕਦੇ ਟਲ ਜਾਣਗੇ? ਨਹੀਂ ਟਲਣਗੇ। ਜੋ ਕੁਛ ਦੁਨੀਆਦਾਰੀ ਦੇ ਵਿੱਚ ਹੋਣਾ ਉਹ ਹੋ ਕੇ ਹੀ ਰਹਿਣਾ। ਪਤੀਆਂ ਦਾ ਸਤਿਕਾਰ ਘਟ ਜਾਂਦਾ ਹੈ, ਤੇ ਜਿਵੇਂ ਜਿਵੇਂ ਘਟਦਾ ਜਾਂਦਾ ਹੈ ਉਵੇਂ ਉਵੇਂ ਘਰਾਂ ਦਾ ਸਤਿਕਾਰ ਕਿਹੜੇ ਦਾ ਵਧਿਆ? ਸਭ ਦਾ ਘਟਿਆ ਹੀ ਹੈ। ਕੋਈ ਘਰ ਦੇਖ ਲਓ, ਅੱਜ ਤੋਂ 100 ਸਾਲ ਪਿੱਛੇ ਜ਼ਮਾਨੇ ਦੇ ਵਿੱਚ ਚਲੇ ਜਾਓ, 200 ਸਾਲ ਪਿੱਛੇ ਚਲੇ ਜਾਓ, ਜਦੋਂ ਪਤੀਆਂ ਦਾ ਸਤਿਕਾਰ ਹੁੰਦਾ ਸੀ ਉਦੋਂ ਨਾਲ ਸਾਰੇ ਘਰ ਦਾ ਵੀ ਸਤਿਕਾਰ ਹੁੰਦਾ ਸੀ ਕਿ ਇਹਨਾਂ ਦੇ ਘਰੇ ਕੋਈ ਪੁਰਾਣਾ ਬਜ਼ੁਰਗ ਹੈ, ਸਿਆਣਾ ਹੈ, ਕੋਈ ਸੂਝਵਾਨ ਹੈ। ਜੇ ਪਤੀਆਂ ਦਾ ਸਤਿਕਾਰ ਘਟ ਗਿਆ ਤੇ ਕਿਹੜੇ ਘਰ ਦਾ ਸਤਿਕਾਰ ਰਹਿ ਗਿਆ ਅੱਜ? ਇਹ ਮਾਤਾ ਖੀਵੀ ਸੀ। ਗੁਰਬਾਣੀ ਨੇ ਸਿੱਧ ਕੀਤੀਆਂ ਇਹ ਗੱਲਾਂ ਨੇ। ਕਵਣ ਸੋ ਅਖਰ ਖਵਣ ਗੁਣ ਜਿਹਬਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਬਾਬੇ ਫਰੀਦ ਨੂੰ ਸੁਣਦੇ ਹੋ ਤੁਸੀਂ ਸਾਰੇ, ਪਰ ਕੱਲਾ ਇੰਨਾ ਕੁ ਨਾ ਸਹਿਮਤ ਰਿਹਾ ਕਰੋ ਵੀ ਬਾਣੀ ਸੁਣ ਲਓ। ਇੱਥੋਂ ਤੱਕ ਨਾ ਕੁਛ ਪਤਾ ਤੇ ਹੋਵੇ ਕਿ ਸਤਿਗੁਰੂ ਮਹਾਰਾਜ ਜੀ ਅਕਸਰ ਕਹਿੰਦੇ ਕੀ ਨੇ। ਮਨੁੱਖ ਦੀ ਅਵਸਥਾ ਹੈ, ਗੁਰਬਾਣੀ ਦਾ ਸਤਿਕਾਰ ਬੜਾ ਕਰਦਾ ਹੈ। ਪੁੰਨ ਦਾਨ ਅਨਾਜ ਧਨ ਪਦਾਰਥ ਬੜੇ ਬਖਸ਼ਦਾ ਹੈ, ਬਸਤਰ ਬੜੇ ਦਿੰਦਾ ਹੈ, ਰੁਮਾਲੇ ਬੜੇ ਚੜਾਉਂਦਾ ਹੈ। ਗੁਰਦੁਆਰੇ ਦੇ ਵਿੱਚ ਕੋਈ ਸਹੂਲਤ ਦੇਣੀ ਹੋਵੇ ਸਾਰਾ ਕੁਛ ਦਿੰਦਾ ਹੈ। ਪਰ ਗਜਬ ਦੀ ਗੱਲ ਹੈ ਕਿ ਜਿੱਥੇ ਆ ਕੇ ਇਹ ਗੱਲ ਖੜ ਜਾਂਦੀ ਹੈ ਕਿ ਸਤਿਗੁਰ ਕਹਿੰਦੇ ਕੀ ਨੇ, ਇੱਥੇ ਆ ਕੇ ਮਨੁੱਖ ਇਨਕਾਰੀ ਹੋ ਜਾਂਦਾ। ਬਸ ਫੇਰ ਨਹੀਂ ਸੁਣਦਾ ਸਤਿਗੁਰਾਂ ਦੀ ਗੱਲ ਨੂੰ। ਬਸ ਸੁਣਨਾ ਹੈ ਇਕੱਲਾ, ਸੁਣੀ ਗਿਆ, ਪਤਾ ਤੇ ਹੈ ਹੀ ਨਹੀਂ ਸਤਿਗੁਰਾਂ ਨੇ ਕਿਹਾ ਕੀ ਹੈ। ਆ ਬਾਬੇ ਕਬੀਰ ਦੇ ਤੇ ਬਾਬੇ ਫਰੀਦ ਦੇ ਸ਼ਲੋਕ ਸਾਰੀ ਦੁਨੀਆ ਕਹਿੰਦੀ ਹੈ। ਪਾਠੀ ਸਿੰਘ ਨਾ ਵਧੀਆ ਲੱਗਿਆ ਹੋਵੇ, ਵਧੀਆ ਪਾਠੀ ਸਿੰਘ ਜਿਹਦੀ ਆਵਾਜ਼ ਸੁਰੀਲੀ ਹੋਵੇ ਤੇ ਸਮਝ ਆਉਂਦੀ ਹੋਵੇ, ਵਧੀਆ ਗ੍ਰੰਥੀ ਸਿੰਘ ਹੋਵੇ। ਅਖੰਡ ਪਾਠ ਵੇਲੇ ਇਹੀ ਕੁਛ ਹੁੰਦਾ ਹੈ। ਸਾਰਾ ਅਖੰਡ ਪਾਠ ਪਾਠੀ ਜਿਵੇਂ ਮਰਜ਼ੀ ਪੜ੍ਹੀ ਜਾਣ, ਕਿਸੇ ਨੂੰ ਨਾ ਕੋਈ ਸੁਣਦਾ ਹੈ। ਜਿਵੇਂ ਮਰਜ਼ੀ ਪੜ੍ਹੀ ਜਾਣ, ਜਿੱਥੇ ਮਰਜ਼ੀ ਵਿਸ਼ਰਾਮ ਲਾਈ ਜਾਣ, ਜਿੱਥੇ ਮਰਜ਼ੀ ਜਮਕੀ ਲਾਈ ਜਾਣ, ਕੋਈ ਸਹੀ ਪੜ੍ਹੀ ਜਾਵੇ, ਕੋਈ ਗਲਤ ਪੜ੍ਹੀ ਜਾਵੇ, ਕੋਈ ਮਤਲਬ ਨਹੀਂ ਦੁਨੀਆ ਦਾ। ਭੋਗ ਵਾਲੇ ਦਿਨ ਕਹਿਣਗੇ ਬਾਬੇ ਫਰੀਦ ਦੇ ਸ਼ਲੋਕਾਂ ਤੇ ਵਧੀਆ ਪਾਠੀ ਸਿੰਘ ਹੋਵੇ। ਬਥੇਰੇ ਗੁਰਮੁਖ ਜਨ ਸੁਣਦੇ ਵੀ ਨੇ, ਭਾਗਾਂ ਵਾਲੇ ਨੇ ਜਿਹੜੇ ਵਿਚਾਰੇ ਉੱਠ ਕੇ ਬੈਠ ਜਾਂਦੇ ਨੇ, ਬੜੀ ਰੀਝ ਦੇ ਨਾਲ ਸੁਣਦੇ ਨੇ। ਔਰ ਬਕਾਇਦਾ ਜਿਹੜਾ ਹੈ ਜਦੋਂ ਉਹਨਾਂ ਦੇ ਅੰਦਰੋਂ ਰੂਹ ਖੁਸ਼ ਹੋ ਜਾਂਦੀ ਹੈ,
फिर वो अक्सर ग्रंथी सिंह का सत्कार भी करते हैं, क्योंकि कबीर साहब के सलोक ते बाबे फरीद के सलोक जिहड़े ने ये बड़े सुचज्जे ढंग के नाल समझ दे विच मनुख दे जल्दी आ जाते हैं। इन्हां सलोकां दे विच ही बाबे फरीद ने कहा सी, ये त्रै भैणे वेस कर, भैणे शब्द वरत्या बाबा फरीद साहब जी महाराज ने। लै सुन मेरीए भैणे, जे तू चाहुंदी है कि परमेश्वर भी तेरे वस दे विच रवे, तेरा पति भी तेरे वस दे विच रवे, ये त्रै भैणे वेस कर तां वस आवी कंत। तीन गल्लां फिर बाबे फरीद दियां मन ला, तीन गल्लां मन बाबे फरीद दियां। बाबे फरीद दियां गल्लां ना ना ना, बाबे फरीद दियां गल्लां कित्थे मनणियां सी। अजकल ते पति दियां गल्लां नहीं मन्नियां जांदियां। सब थां ते उपर दी हो के एक दो एक झड़दियां, कौन जना मेरा नाम जी। गुरबाणी मनुख नूं कल्ला यही नहीं कहती भी तू अमृत वेले नहा के साडे कोले आ जा कर, कल्ली यही गल नहीं कहती। सतगुरु महाराज पति ने अपनी पत्नी का सत्कार किवें करना है, पत्नी ने अपने पति का सत्कार किवें करना है, गुरु ग्रंथ साहिब जी महाराज समझाउंदे ने। पढ़ लो गुरु अंगद देव साहिब जी महाराज का सारा जीवन ते माता खीवी का पता लग जाना, उहदा पता लग जाना। पर साडे कोले तां सारियां तो वड्डी गल यही हुंदी है, सब तो वड्डी गल कहंदे जदों चंगा बाना होवे की होना तड़के नहा के गुरुद्वारे जाना चाहिए। ये बड़ी वधिया गल है, इत्थों ही शुरुआत होंदी है। तड़के जिहड़ा बंदा अमृत वेले उठदा है उही सतगुरु महाराज जी गुरबाणी पढ़ेगा, उही सुनेगा। पर ये तो अगाहां भी कुछ है, किते ये ना होवे भी इत्थों तक ही खड़े रहिए। ये तो अगाहां भी कुछ है। सतगुरु महाराज जी सानू जिन्नियां भी साडी जिंदगी दे विच आउण वाला समा है उहदियां सारी दियां सारियां बातां बाबा नानक सानू अमृत वेले पाउंदे ने। गुरु ग्रंथ साहिब जी महाराज की सिलसिलावार बाणी पढ़ते हैं। वो सिलसिलावार बाणी पढ़न का मतलब की है? मतलब की है उहदा तां मतलब ये है कि जिन्ने सिलसिलावार तुहाडी जिंदगी दे कर्म धर्म ने वो सारे दे सारे तुसी गुरु ग्रंथ साहिब जी महाराज तो सिखो ते उस दे मुताबक तुसी कर्म धर्म अपनी जिंदगी दे करो। सिलसिलावार गुरबाणी पढ़न दा जां सुनन दा तां मतलब यही है। साडे च असीं कह दिंदे आ, कहंदे जे कोई सुख होया तां भी गुरबाणी पढ़ लो, तां भी गुरबाणी दे कोले नहीं किसी ने बैठना। दुख होया तां भी गुरबाणी पढ़ लो, किसी ने कोले नहीं बैठना। सिलसिलावार जिहड़े कोई गुरबाणी का जाप करवाउंदे ने उन्हां दा मतलब ये है कि जिंदगी दे विच जिहड़ा कर्म धर्म तुसीं अज कर रहे हो ते आउण वाले समय च करना है, वो किस तरीके दे नाल किहड़े ढंग दे नाल तुसीं करना है, ये गुरु ग्रंथ साहिब जी महाराज तो सीख लो। पर जिथे आके सीखण दी गल आउंदी है उत्थे आके मनुख जिहड़ा है वो इनकारी हो जाता है। तो जदों गुरबाणी तो इनकारी हो जाता है फिर फड़ां तां वड्डियां वड्डियां मारदा है, बड़ा भजदा है, बड़ा भजदा रहिंदा है। मुड़ कुड़ के नूं फेर ना फेर इसे गुरबाणी दे कोल आउणा पैंदा है। पर कजब दी गल ये हो जाती है कि मनुख गुरबाणी तो बड़ा दूर चलिया जाता है, बड़ा दूर चलिया जाता है। ये इन्ना दूर चलिया जाता है भी जदों नूं वापस मुड़ के आउण दे यतन करदा, शरीर बुढ़ेपे दे विच आ जाता है, फिर मुड़ के ये तो गुरबाणी दे कोले पहुँचा नहीं जाता। ये तो है भी इशनान पान करके महाराज दे कोल आ गए, इंज तां पहुँचा जाता है, पर सुरत करके नहीं पहुँचा जाता, क्योंकि शरीर आग्या नहीं दिंदा ते सुरत दे विच जिहड़ी है मनुख दे कोलों समझ जिहड़ी है वो मुक जाती है। समझ जिहड़ी है तो गुरु ग्रंथ साहिब जी महाराज बचन करते हैं कि दुनिया का सब तो अनजान मनुख उही है जिहड़ा कहंदा कि मैं परमेश्वर बारे कुछ जानदा। ते दुनियादारी दे विच कहंदे है जिहड़ा मनुख ये कहंदा कि मैं भला कीता, गल्लां नोट करन वालियां है गुरु अर्जन देव साहिब महाराज दियां कि मैं भला कीता,
गुरु ग्रंथ साहिब जी महाराज गुरु अर्जन देव साहिब जी महाराज कहते ने, आप सकौ जो भला कहावै तिसै भलाई निकट ना आवे। ਜਿਹੜਾ ਬੰਦਾ ਆਪਣੇ ਆਪ ਨੂੰ ਕਹਾਉਂਦਾ ਹੋਵੇ ਕਿ ਮੈਂ ਭਲਾ ਕਰਦਾ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਭੁੱਲ ਕੇ ਵੀ ਉਹਦੇ ਕੋਲੇ ਕਦੇ ਭਲਾਈ ਨਹੀਂ ਆਊਗੀ, ਉਹ ਭਲਾਈ ਨਹੀਂ ਕਰ ਸਕਦਾ। ਜੋ ਭਲਾਈ ਸੋ ਬੁਰਾ, ਇਹ ਨਹੀਂ। ਆਪ ਸਕौ ਜੋ ਭਲਾ ਕਹਾਵੈ, ਜਿਹੜਾ ਆਪਣੇ ਆਪ ਨੂੰ ਭਲਾ ਖਵਾਉਂਦਾ ਹੋਵੇ ਕਿ ਮੈਂ ਚੰਗਾ, मैं भला करदा, मैं पुन्न करदा, मैं दान करदा, बड़ा कुछ कहता ना बंदा कि मैं करदा। गुरु अर्जन देव साहिब महाराज तो सिखो। महाराज कहते आप सकौ जो भला कहावै तिसै भलाई निकट ना आवे। महाराज कहते नेड़े तेड़े भी ਉਹਦੇ कदे भलाई नहीं होगी ਜਿਹੜਾ ਆਪਣੇ ਆਪ ਨੂੰ ਭਲਾ ਖਵਾਉਂਦਾ ਹੋਇਆ। ਹੁਣ ਦੁਨੀਆਦਾਰੀ ਦੇ ਵਿੱਚ ਤਾਂ ਇਹੀ ਚੱਲਦਾ, ਮਨੁੱਖ ਭਲਾ ਖਵਾਉਂਦਾ, ਦੁਨੀਆ ਕਹਿੰਦੀ ਹੈ ਬਹੁਤ ਚੰਗਾ ਹੈ। ਇਹਨਾਂ ਗੱਲਾਂ ਕਾਰਨਾਂ ਕਰਕੇ ਗੁਰਬਾਣੀ ਦੇ ਨਾਲ ਮੇਲ ਜੋਲ ਬੰਦੇ ਦਾ ਘੱਟ ਪੈਂਦਾ ਹੈ। ਇਸੇ ਕਾਰਨ ਕਰਕੇ ਇਹ ਹੋਰਾਂ ਜਗ੍ਹਾ 'ਤੇ ਮੇਲ ਜੋਲ ਇਹਦਾ ਜ਼ਿਆਦਾ ਬਹਿ ਜਾਂਦਾ ਹੈ। ਇਸੇ ਕਰਕੇ ਸਤਿਗੁਰਾਂ ਦੇ ਕੋਲ ਇਹ ਘੱਟ ਬੈਠਣਾ ਪਸੰਦ ਕਰਦਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹ ਬਚਨ ਸਾਨੂੰ ਜ਼ਿੰਦਗੀ ਦੇ ਅਮੋਲਕ ਬਚਨ ਨੇ ਜਿਹੜੇ ਮਹਾਰਾਜ ਨੇ ਦਿੱਤੇ ਨੇ। ਅਸੀਂ ਕਹਿੰਦੇ ਅਸੀਂ ਤਾਂ ਬੜਾ ਚੰਗਾ ਬੰਦਾ ਸਮਝਿਆ ਸੀ, ਇਹ ਤਾਂ ਬਹੁਤ ਮਾੜਾ ਨਿਕਲਿਆ ਕਹਿੰਦੇ ਆ ਨਾ। ਮਗਰੋਂ ਮਹਾਰਾਜ ਦੀ ਜੇ ਬਾਣੀ ਪੜ੍ਹੀ ਹੋਵੇ ਤੇ ਲੋੜ ਹੀ ਨਹੀਂ ਪੈਣੀ ਵੀ ਪਹਿਲਾਂ ਕਿਸੇ ਨੂੰ ਭਲਾ ਕਹੋ ਤੇ ਬਾਅਦ ਦੇ ਵਿੱਚ ਬੁਰਾ ਕਹੋ, ਤੇ ਦੁਨੀਆ ਨੂੰ ਭਲਾ ਬੁਲਾ ਕਹਿਣ ਦੇ ਵਿੱਚ ਹੀ ਰਹਿ ਜਾਓਗੇ, ਆਪਣੀ ਜ਼ਿੰਦਗੀ ਦਾ ਰਸ ਨਹੀਂ ਲੈ ਸਕਦੇ ਤੁਸੀਂ। ਪਹਿਲਾਂ ਉਹਨੂੰ ਚੰਗਾ ਕਹੀ ਜਾਓ, ਚੰਗਾ ਕਹੀ ਜਾਓ, ਉਹਨੂੰ ਸਿਰੇ 'ਤੇ ਲੈ ਜਾਓ, ਫਿਰ ਉਹਨੂੰ ਮਾੜਾ ਕਹੀ ਜਾਓ, ਮਾੜਾ ਕਹੀ ਜਾਓ, ਉਹਨੂੰ ਥੱਲੇ ਸਿੱਟ ਲਓ। ਮਹਾਰਾਜ ਕਹਿੰਦੇ ਤੂੰ ਇੱਥੇ ਕਿਸੇ ਨੂੰ ਬੁਰਾ ਭਲਾ ਕਰਨ ਵਾਸਤੇ ਹੀ ਆਇਆ ਸੀ ਕਿ ਕੌਣ ਬੁਰਾ ਤੇ ਕੌਣ ਮਾੜਾ, ਕੌਣ ਚੰਗਾ, ਇਹ ਕਰਮ ਕਰਨ ਵਾਸਤੇ ਨਹੀਂ ਆਇਆ ਸੀ। ਮਹਾਰਾਜ ਕਹਿੰਦੇ ਤੈਨੂੰ ਪਹਿਲਾਂ ਹੀ ਸੁਚੇਤ ਕਰਦੇ ਆ। ਅੱਜ ਹੁਣ ਸੁਖਮਨੀ ਸਾਹਿਬ ਪੜ੍ਹ ਲਿਆ ਕਰ, ਅੱਜ ਹੁਣ ਤੈਨੂੰ ਸੁਚੇਤ ਕਰਦੇ ਆ ਕਿ ਆਪ ਸਕौ ਜੋ ਭਲਾ ਕਹਾਵੈ। ਜਿਹੜਾ ਮਨੁੱਖ ਆਪਣੇ ਆਪ ਨੂੰ ਭਲਾ ਖਵਾਉਂਦਾ ਇਹਦੇ ਭਲਾਈ ਕਦੇ ਨੇੜੇ ਤੇੜੇ ਵੀ ਨਹੀਂ ਹੈ, ਬਸ ਤੈਨੂੰ ਨਜ਼ਰ ਨਹੀਂ ਆਉਂਦੀ। ਫਿਰ ਮਹਾਰਾਜ ਕਹਿੰਦੇ ਦੇ ਲੰਮੀ ਨਜ਼ਰ ਨਿਹਾਲੀ ਹੈ, ਲੰਮੀ ਨਜ਼ਰ ਮਾਰ ਕੇ ਦੇਖ ਲਈ। ਅੱਜ ਤੂੰ ਇਹਨੂੰ ਭਲਾ ਭਲਾ ਕਹੀ ਜਾਣਾ, ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਬੁਰਾ ਬੁਰਾ ਕਹੀ ਜਾਏਗਾ। ਪਹਿਲਾਂ ਤਾਂ ਤੇਰੀ ਜ਼ਿੰਦਗੀ ਦੇ ਬਹੁਤ ਸਾਰੇ ਦਿਨ, ਕੀਮਤੀ ਦਿਨ ਲੰਘ ਗਏ ਇਹਨੂੰ ਭਲਾ ਭਲਾ ਕਹਿਣ 'ਚ ਵੀ ਬਹੁਤ ਚੰਗਾ ਬਹੁਤ ਚੰਗਾ। ਲੰਘ ਜਾਂਦੀ ਹੈ ਨਾ ਜ਼ਿੰਦਗੀ ਸਾਡੀ। ਜਦੋਂ ਕੋਈ ਬੁਰਾ ਕੰਮ ਕਰਦੇ ਫਿਰ ਅਸੀਂ 10-20 ਸਾਲ ਉਹਦੀ ਬੁਰਾਈ ਗਿਣਦੇ ਰਹਿੰਦੇ ਹਾਂ ਵੀ ਫਲਾਣੇ ਬੰਦੇ ਨੇ ਬਹੁਤ ਬੁਰਾ ਕੰਮ ਕੀਤਾ, ਬਹੁਤ ਬੁਰਾ ਕਰਮ ਕੀਤਾ। ਪਹਿਲਾਂ ਜ਼ਿੰਦਗੀ ਚੰਗਾ ਕਹਿੰਦਿਆਂ ਲੰਘਾ ਲਈ, ਹੁਣ ਜ਼ਿੰਦਗੀ ਮਾੜਾ ਕਹਿੰਦਿਆਂ ਲੰਘਾ ਲਈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਦੱਸ ਤਾਂ ਸਹੀ ਕਿ ਤੂੰ ਨਾਮ ਜਪੇਂਗਾ ਕਦੋਂ, ਕਦੋਂ ਜਪੇਂਗਾ ਨਾਮ। ਇਹ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਨਾ ਸਾਨੂੰ ਬਹੁਤ ਸਾਰੀ ਸੋਝੀ, ਇੱਕ ਪ੍ਰਕਾਰ ਦੀ ਨਹੀਂ ਕਰੋੜਾਂ ਪ੍ਰਕਾਰ ਦੀ ਸੋਝੀ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਕਿ ਕਿਹਨੂੰ ਬੁਰਾ ਕਹਿਣਾ ਤੇ ਕਿਹਨੂੰ ਭਲਾ ਕਹਿਣਾ ਜਾਂ ਨਹੀਂ ਕਹਿਣਾ। ਇਹ ਸਾਰਾ ਕੁਝ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਦਰਜ ਕੀਤਾ ਹੋਇਆ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਗੁਰੂ ਸਾਹਿਬ ਜੀ ਮਹਾਰਾਜੀਆਂ ਦੀ ਇੱਕ ਪੰਗਤੀ ਭਾਈ ਜੋਧ ਤੋਂ ਸੁਣੀ। ਭਾਈ ਲਹਿਣੇ ਨੇ ਦੇਵੀ ਦੀ ਯਾਤਰਾ ਛੱਡ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਦੇ ਦਰਸ਼ਨ ਦੀਦਾਰਿਆਂ ਵਾਸਤੇ ਚਲੇ ਗਏ ਤੇ ਗੁਰੂ ਸਾਹਿਬ ਜੀ ਮਹਾਰਾਜੀਆਂ ਦੇ ਦਰਸ਼ਨ ਦੀਦਾਰਿਆਂ ਦੇ ਵਿੱਚੋਂ ਇੱਕ ਕੁਝ ਪ੍ਰਾਪਤ ਹੋਇਆ ਕਿ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਣ ਗਏ ਨੇ। ਇੱਕ ਪੰਗਤੀ ਸੁਣੀ ਸੀ, ਮਹਾਰਾਜ ਨੇ ਕਿਰਪਾ ਕੀਤੀ ਹੈ। ਕਰੋੜਾਂ ਪੰਗਤੀਆਂ ਨਿੱਤਾ ਪ੍ਰਤੀ ਕਰਮ ਅਨੁਸਾਰ ਅਸੀਂ ਸੁਣਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਜ਼ਿੰਦਗੀਆਂ ਦਾ ਭਲਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।